ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਅੱਛਾ, ਮੇਘਾਲਿਆ ਦੇ ਰਾਜਪਾਲ ਨੇ ਸਤਪਾਲ ਮਲਿਕ ਸਾਹਿਬ ਬੜੇ ਬੇਬਾਕ ਨੇ ਵੀ ਸੰਧੂਵਾਲੀ ਸਾਹਿਬ ਦੀ ਕਲਮ ਵਾਂਗੂ ਬੜਾ ਸਪਸ਼ਟ ਬੜਾ ਕਲੀਅਰ ਬੋਲਦੇ ਨੇ ਅਕੀਦਾ ਸਾਹਿਬ। ਉਹ ਕਹਿੰਦੇ ਮੈਂ ਅਸਤੀਫਾ ਬੁੱਝ ਪਾ ਕੇ ਤੁਰਿਆ ਫਿਰਦਾ ਹੁਣ। ਜੇਕਰ ਤੁਸੀਂ ਸਪੀਚ ਹੀ ਸੁਣੋ, ਅਸਤੀਫਾ ਬੁੱਝ ਹੈ, ਬੰਦੇ 'ਚ ਦਮ ਹੈ। ਹੁਣ ਅਸਤੀਫਾ ਕਦੋਂ ਦਿੰਦਾ ਕਦੋਂ ਨਹੀਂ ਦਿੰਦਾ, ਪਰ ਅਸਤੀਫਾ ਬੁੱਝ ਪਾ ਕੇ ਅੱਜ ਦੀ ਜਿਹੜੀ ਲਹਿਰ ਚੱਲੀ ਹੋਈ ਹੈ ਨਾ, ਅੱਜ ਦਾ ਜੋ ਮਤਲਬ ਉੱਥੋਂ ਦਾ ਭਾਰਤ ਦਾ ਖਾਸ ਤੌਰ 'ਤੇ ਜਿਹੜਾ ਰਾਜਨੀਤਿਕ ਸਿਸਟਮ ਤਾਣਾ ਬਾਣਾ ਜਿਵੇਂ ਹੈ, ਮਾੜੀ ਜਿਹੀ ਕਿਸੇ ਨੇ ਅੱਕ ਚੁੱਕੀ ਨਹੀਂ, ਈਡੀ ਨੇ ਛਾਪਾ ਮਾਰਿਆ ਨਹੀਂ, ਹਾਂਜੀ ਪਿਆਰਾ ਇੱਧਰ ਰਾਜਪਾਲ ਨੇ ਸਤਪਾਲ ਮਲਿਕ ਨੇ ਅਡਾਨੀ ਤੇ ਬੜਾ ਵੱਡਾ ਬੰਬ ਸੁੱਟਿਆ, ਬੰਬ ਫੋੜਿਆ, ਬੰਬ ਇਹੋ ਜਿਹਾ ਕਿਹਾ ਅਡਾਨੀ ਦੇਸ਼ ਦਾ ਗਦਾਰ ਹੈ। ਕੀ ਕਹਿਣਾ ਚਾਹੋਗੇ? ਬੜੀ ਵੱਡੀ ਗੱਲ ਕੀਤੀ ਚਾਵਲਾ ਸਾਹਿਬ ਇਹਨਾਂ ਨੇ, ਤੇ ਇੱਕ ਫੰਕਸ਼ਨ ਨੂੰ ਇਹ ਸੰਬੋਧਨ ਕਰ ਰਹੇ ਸੀਗੇ, ਉਸ ਵਿੱਚ ਕਾਫੀ ਗੱਲਾਂ ਕੀਤੀਆਂ ਸਤਪਾਲ ਮਲਿਕ ਨੇ। ਉਹ ਕਹਿੰਦੇ ਆ ਵੀ ਇੱਕ ਕੁੜੀ ਸਾਡੇ ਕੋਲੇ ਉੱਥੇ ਕਹਿੰਦਾ ਆਈ ਏਅਰਪੋਰਟ ਦੇ, ਕਹਿੰਦਾ ਉੱਥੇ ਅਸੀਂ ਸੀਗੇ, ਅਸੀਂ ਪੁੱਛਿਆ ਵੀ ਕੁੜੀ ਨੂੰ ਕਿ ਤੂੰ ਭਾਈ, ਕਹਿੰਦੀ ਉਹ ਕਹਿੰਦੀ ਮੈਂ ਅਡਾਨੀ ਵੱਲੋਂ ਆਈਆਂ ਜੀ। ਉਹ ਕਹਿੰਦੇ ਅਡਾਨੀ ਵੱਲੋਂ ਅਡਾਨੀ ਕੀ ਕੰਮ ਇੱਥੇ ਏਅਰਪੋਰਟ, ਕਹਿੰਦੀ ਅਡਾਨੀ ਦੇ ਹਵਾਲੇ ਏਅਰਪੋਰਟ ਕਰਤਾ ਗਿਆ ਜੀ, ਅਡਾਨੀ ਦਾ ਮਾਲਕੀ ਹੋ ਗਿਆ ਇਸ ਏਅਰਪੋਰਟ ਦੀ। ਕਹਿੰਦਾ ਮੈਂ ਸੋਚਿਆ ਵੀ ਅਡਾਨੀ ਹਰ ਜਗ੍ਹਾ ਮਾਰਕ ਕਰੀ ਜਾਂਦਾ, ਏਅਰਪੋਰਟ ਕੀ, ਬੰਦਰਗਾਹਾਂ ਕੀ, ਹਰ ਥਾਂ ਤੇ ਜਿਹੜਾ ਹੈਗਾ ਅਡਾਨੀ ਨੂੰ ਸਾਰਾ ਭਾਰਤ ਵੇਚ ਰਿਹਾ। ਮੋਦੀ ਜੀ ਪਤਾ ਨਹੀਂ ਕਹਿੰਦਾ ਅਡਾਨੀ ਨੂੰ ਕਿਉਂ ਵੇਚ ਰਹੇ ਨੇ ਏਦਾਂ ਸਾਰਾ ਭਾਰਤ, ਤੇ ਜਦ ਕਿ ਉਹ ਦੇਸ਼ ਦਾ ਗੱਦਾਰ ਹੈਗਾ। ਕਹਿੰਦਾ ਕਿਸਾਨਾਂ, ਉਹ ਕਹਿੰਦਾ MSP ਦੇ ਵਿਰੋਧ ਚ ਕਿਉਂ ਆ, ਉਹ MSP ਕਿਉਂ ਲਾਗੂ ਕਰਨ ਦੇ ਰਿਹਾ, ਕਿਉਂਕਿ ਉਸਨੇ 40,000 ਸਕੁਅਰ ਫੁੱਟ ਦਾ ਜਿਹੜਾ ਬਹੁਤ ਵੱਡਾ ਗੋਦਾਮ ਪਾਣੀਪਤ ਚ ਕਰਨਾਲ ਚ ਬਣਾ ਲਿਆ, ਜਿੱਥੇ ਕਿ ਕਿਸਾਨਾਂ ਤੋਂ ਫਸਲ ਸਸਤੇ ਭਾਅ ਲੈ ਕੇ ਉਹਨੇ ਤੇ ਮਹਿੰਗੇ ਭਾਅ ਵੇਚਣੀਆਂ ਸਟਾਪ ਕਰਕੇ, ਜਿਹੜਾ ਕਿ ਗੈਰ ਕਾਨੂੰਨੀ ਗੱਲ ਹੈਗੀ ਹੈ। ਇਸੇ ਕਰਕੇ ਖੇਤੀ ਕਾਨੂੰਨ ਲਾਗੂ ਕਰਨ ਦੀ ਗੱਲ ਕੀਤੀ ਕਹਿੰਦਾ ਉਹਨੇ ਕਿਸਾਨਾਂ ਦੇ ਵਿਰੁੱਧ। ਉਹਨੇ ਕਿਹਾ ਕਿ ਜਿਹੜਾ ਇਹ ਇੰਨਾ ਕੁਛ ਅਡਾਨੀ ਕਰ ਰਿਹਾ ਭਾਰਤ ਦੇ ਮੋਦੀ ਜੀ ਉਸਨੂੰ ਇੰਨਾ ਕੁਛ ਦੇ ਰਹੇ ਆ, ਕਹਿੰਦਾ ਲੋਕ ਤਾਂ ਆਮ ਗਰੀਬ ਹੋ ਰਹੇ ਆ, ਅਡਾਨੀ ਇਕੱਲਾ ਸਿਰਫ ਅਮੀਰ ਹੋਈ ਜਾ ਰਿਹਾ ਹੈ। ਬਹੁਤ ਵੱਡੀਆਂ ਸਾਜ਼ਿਸ਼ਾਂ ਹੈਗੀਆਂ ਨੇ। ਇੱਕ ਹੋਰ ਵੀ ਗੱਲ ਹੈ ਜੀ ਕਿ ਇਹ ਗਲਤੀ ਜਿਹੜੀ ਹੈਗੀ ਆ 17ਵੀਂ ਸਦੀ ਵਿੱਚ ਮੌਕੇ ਦੇ ਜਿਹੜੇ ਕਿ ਸ਼ਾਸਕ ਸੀਗੇ ਈਸਟ ਇੰਡੀਆ ਨੇ, ਈਸਟ ਇੰਡੀਆ ਕੰਪਨੀ ਨੂੰ ਹਥਿਆਰਬੰਦ ਦਸਤੇ ਰੱਖਣ ਦੀ ਜਿਹੜੀ ਇਜਾਜ਼ਤ ਦਿੱਤੀ ਸੀ ਇਹਨਾਂ ਨੇ, ਮੌਕੇ ਸ਼ਾਸਕਾਂ ਨੇ, ਦੇਸ਼ ਗੁਲਾਮ ਹੋ ਗਿਆ ਸੀਗਾ। ਇਹੀ ਹਾਲਾਤ ਹੁਣ ਚੱਲ ਰਿਹਾ ਵੀ ਕਾਰਪੋਰੇਟਸ ਅਡਾਨੀ ਤੇ ਅੰਬਾਨੀ ਵਗੈਰਾ ਨੂੰ ਪ੍ਰਾਈਵੇਟ ਹਥਿਆਰਬੰਦ ਸੈਨਾ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ ਸਰਕਾਰ ਨੇ, ਤੇ ਇਸੇ ਕਰਕੇ ਭਾਰਤ ਗੁਲਾਮੀ ਵੱਲ ਵੱਧ ਰਿਹਾ, ਗੁਲਾਮੀ ਵੱਲ ਵਧਾਇਆ ਜਾ ਰਿਹਾ ਭਾਰਤ ਨੂੰ, ਜਾਂ ਫਿਰ ਉਸਨੂੰ ਕੋਈ ਵਿਸ਼ੇਸ਼ ਤੌਰ ਤੇ ਬਣਾਉਣ ਦੀ ਚਾਲ ਚੱਲੀ ਜਾ ਰਹੀ ਹੈ ਤਾਂ ਕਿ ਬੋਲੇ ਨਾ, ਕੋਈ ਬੋਲਚਾਲ ਨਾ ਅੱਗੇ ਵਧੇ। ਅੱਛਾ ਦੋਸਤੋ, ਇਸ ਸੰਦਰਭ ਦੇ ਵਿੱਚ ਇੱਕ ਬਹੁਤ ਵੱਡੇ ਲੇਖਕ ਨੇ TN ਨਨਾਨ ਜਿਹੜੇ ਨੇ ਲੇਖਕ ਨੇ, ਜਿਹੜੇ ਉਹ ਆਰਥਿਕ ਮਾਮਲਿਆਂ ਦੇ ਮਾਹਰ ਮੰਨੇ ਜਾਂਦੇ ਨੇ। 1980 ਤੇ 90 ਵਿੱਚ ਉਹ ਬਿਜ਼ਨਸ ਵਰਲਡ ਅਤੇ ਇਕਨੋਮਿਕ ਟਾਈਮਜ਼ ਦੇ ਸੰਪਾਦਕ ਵੀ ਰਹੇ ਨੇ, ਅਤੇ 1992 ਤੋਂ ਬਾਅਦ ਬਿਜ਼ਨਸ ਸਟੈਂਡਰਡ ਦਾ ਮੁੱਖ ਸੰਪਾਦਕ ਵੀ ਬਣੇ ਨੇ। ਉਹਨਾਂ ਨੇ ਇਹ ਜਿਹੜਾ ਵੇਚ ਵਟ ਵਾਲਾ ਸੌਦਾ ਜਿਹੜਾ ਨਾ ਕਿ ਜਿਹੜੀਆਂ ਨੇ ਧਰੋਹਰ ਜਿਹੜੀਆਂ ਨੇ ਦੇਸ਼ ਦੀਆਂ, ਹਾਂਜੀ ਕੇਂਦਰ ਸਰਕਾਰ ਵੇਚ ਰਹੀ ਹੈ, ਉਹ ਕਿਵੇਂ ਕਿਸ ਤਰੀਕੇ ਦੇ ਨਾਲ ਉਹਨੂੰ ਪਹਿਲਾਂ ਥੱਲੇ ਸੁੱਟਿਆ ਜਾਂਦਾ, ਉਹਦੀ ਇਨਕਮ ਘਟਾਈ ਜਾਂਦੀ ਹੈ, ਉਹਨੂੰ ਦਿਵਾਲੀਆਪਨ 'ਤੇ ਲਿਆਂਦਾ ਜਾਂਦਾ, ਅਤੇ ਫਿਰ ਕੌਡੀਆਂ ਦੇ ਭਾਅ 'ਤੇ ਆਪਣੇ ਚਹੇਤਿਆਂ ਨੂੰ ਵੇਚਿਆ ਜਾਂਦਾ। ਇਹੋ ਜਿਹੇ ਜਿਹੜੇ ਲੇਖਕ ਹੁੰਦੇ ਨੇ, ਕਿਤੇ ਹਵਾ ਦੇ ਵਿੱਚ ਬੈਠ ਕੇ, ਇਹ ਨਹੀਂ ਕਿ ਗੀਤ ਲਿਖਦਾ ਤਾਂ ਨਾ ਉਹਦਾ ਕੋਈ ਸਿਰ ਨਾ ਕੋਈ ਉਹਦਾ ਮੱਥਾ, ਹਾਂਜੀ ਬੂ ਬਾਂ ਟੀ ਟਾਂ ਟੂ, ਤੇ ਉਹੋ ਜਿਹੇ ਉਹੋ ਜਿਹੇ ਲਾਈਕ ਕਰਨ ਵਾਲੇ ਹੁੰਦੇ, ਉਹੋ ਜਿਹੇ ਗਾਉਣ ਵਾਲੇ ਹੁੰਦੇ ਹਨ, ਮਿਲੀਅਨ 'ਚ ਹਿੱਟ ਮਿਲ ਜਾਂਦੀਆਂ। ਪਰ ਇੱਥੇ ਜਦੋਂ ਲਿਖਣਾ ਹੁੰਦਾ ਨਾ ਆਰਥਿਕ ਝਰੋਖਿਆਂ ਦੇ ਬਾਰੇ, ਤੇ ਬੜਾ ਕੁਝ ਰਿਸਰਚ ਕਰਨੀ ਪੈਂਦੀ ਹੈ, ਤੇ ਅਖਬਾਰਾਂ ਐਵੇਂ ਨਹੀਂ ਛਾਪਦੀਆਂ ਹੁੰਦੀਆਂ, ਉਹ ਉਹਦੀ ਖੋਜ ਪੜਤਾਲ ਕਰਦੀਆਂ, ਕਿਉਂਕਿ ਉਹਨਾਂ 'ਤੇ ਵੀ ਵੱਡਾ ਹਰਾ ਗਾਜ ਡਿੱਗਣ ਦਾ ਖਤਰਾ ਹੁੰਦਾ ਹੈ। ਹਾਂਜੀ, ਸੋ ਮੈਂ ਮਤਲਬ ਆਰਟੀਕਲ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਸਾਂਝਾ ਕਰਾਂ, ਤੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਕਿ ਕਿਵੇਂ ਇਹ ਵਰਕ ਹੁੰਦਾ। ਜਿਵੇਂ ਅਕੀਦਾ ਸਾਹਿਬ ਨੇ ਕਿਹਾ ਨਾ ਕਿ ਇਹ ਐਵੇਂ ਨਹੀਂ, ਇੱਕ ਦਿਨ ਦੀ ਨਹੀਂ ਖੇਡ ਹੁੰਦੀ ਇਹ ਵੀ ਇੱਕ ਦਿਨ ਦੇ ਵਿੱਚ ਹੋ ਗਿਆ, ਹੈ ਨਾ, ਵੀ ਇੱਕ ਦਿਨ ਦੇ ਵਿੱਚ ਮਤਲਬ ਕਹਿ ਲਓ ਕਿ ਜਿਹੜੀਆਂ ਨੇ ਇਹ ਜਿਹੜੀਆਂ ਕੰਪਨੀਆਂ ਨੇ ਜਿਹੜੀਆਂ ਨੂੰ ਥੱਲੇ ਜਾਂਦੀਆਂ ਨੇ, ਤੇ ਫਿਰ ਆਪਣਿਆਂ ਨੂੰ ਦਿੱਤੀਆਂ ਜਾਂਦੀਆਂ ਨੇ। ਇਹ ਬੂਟਾ ਲਾਇਆ ਜਾਂਦਾ ਹੌਲੀ 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 ਹੌਲੀ। ਅੱਛਾ, ਅਗਨੀਪਥ ਯੋਜਨਾ ਜਿਹੜੀ ਹੈ ਇਹ ਵੀ ਅੱਜ ਦੀ ਨਹੀਂ, ਹਾਂਜੀ। ਹੁਣ ਨੌਜਵਾਨ ਜਿਹੜੇ ਨੇ ਉਹ ਪਹਿਲਾਂ ਵਾਲੇ ਨਹੀਂ ਰਹਿ ਗਏ। ਨੌਜਵਾਨ ਪੜ੍ਹਿਆ ਲਿਖਿਆ, ਅੱਜ ਦੇ ਨੌਜਵਾਨ ਨੂੰ 25-26 ਸਾਲ ਦਾ ਹੋਵੇ ਨਾ, ਤੁਹਾਨੂੰ ਕਈ ਤਰ੍ਹਾਂ ਵਿਆਹ ਕਰ ਦਈਏ, ਉਹ ਕਹਿੰਦਾ ਡੈਡੀ ਇਹਦੀ ਚੁੱਪ ਕਰਕੇ ਬਹਿ ਜਾਓ, ਪਹਿਲਾਂ ਮੈਨੂੰ ਆਪਣੀ ਜ਼ਿੰਦਗੀ ਸਵਾਲ। ਅਗਨੀਪਥ ਯੋਜਨਾ ਵੇਖਣ ਨੂੰ ਤੁਹਾਨੂੰ ਲੱਗਦੀ, ਸਾਨੂੰ ਲੱਗਦੀ ਹੈ ਕਿ ਚੱਲ ਠੀਕ ਹੈ, ਹੈ ਨਾ, ਪਰ
ਜਿਹੜੇ ਬੱਚੇ ਤਿਆਰੀਆਂ ਕਰ ਰਹੇ ਨੇ, ਜਿਹੜੇ ਬੱਚੇ ਪਰਮਾਨੈਂਟ ਜੌਬ ਲੱਭਣਾ ਚਾਹੁੰਦੇ ਨੇ, ਉਹਨਾਂ ਵਾਸਤੇ ਜੌਬ ਨਹੀਂ ਹੈਗੀ। ਹਾਂਜੀ, ਠੇਕੇ ਤੇ ਤੁਸੀਂ ਆਂਗਣਵਾੜੀ ਵਾਲੇ ਵੀ ਰੱਖੇ, ਠੇਕੇ ਤੇ ਤੁਸੀਂ ਟੀਚਰ ਵੀ ਰੱਖ ਲਏ, ਠੇਕੇ ਤੇ ਤੁਸੀਂ ਉਹ ਵੀ ਰੱਖ ਲਏ। ਅਗਨੀਪਥ ਯੋਜਨਾ ਜਿਹੜੀ ਹੈ ਉਹਦਾ ਅੱਜ ਜੋ ਹੜਕੰਪ ਮਚਿਆ ਭਾਰਤ ਦੇ ਵਿੱਚ, ਨਰਿੰਦਰ ਮੋਦੀ ਸਾਹਿਬ ਦਾ ਜਿਵੇਂ ਵਿਰੋਧ ਹੋਇਆ, ਹਰਿਆਣਾ ਤੇ ਬਿਹਾਰ ਵਿੱਚ ਹਿੰਸਕ ਪ੍ਰਦਰਸ਼ਨ ਹੋਏ ਨੇ, ਪਟਨਾ ਵਿੱਚ ਰੇਲ ਗੱਡੀਆਂ ਨੂੰ ਅੱਗਾਂ ਲੱਗੀਆਂ ਨੇ, ਹੋਰ ਕਈ ਥਾਈਂ ਮੁਜ਼ਾਹਰੇ ਹੋ ਰਹੇ ਨੇ, ਪਰ ਜਿਹੜਾ ਤੋੜਾ ਹੈ ਉਹ ਭਾਜਪਾ ਨੇ ਕਾਂਗਰਸ ਤੇ ਝਾੜਤਾ ਜੀ। ਇਹ ਕਾਂਗਰਸ ਦੀ ਦੇਣ ਹੈ। ਕੀ ਕਹਿਣਾ ਚਾਹੋਗੇ? ਹੁੰਦਾ ਹਮੇਸ਼ਾ ਚੱਲ ਸਭ ਏਦਾਂ ਹੀ ਆ ਵੀ ਜਿਹੜੀ ਨਾ ਅਸਲ ਚ ਇਹ ਕਹਿੰਦੇ ਜੀ ਬਾਹਰਲੇ ਤਾਂ ਦੋ ਗੱਲਾਂ ਕਰਦੇ ਨੇ ਭਾਜਪਾ ਵਾਲੇ। ਜਦੋਂ ਕਰ ਦਿੱਤਾ ਬਾਹਰਲੇ ਮੁਲਕਾਂ ਦੇ ਵਿੱਚ ਤਜਰਬਾ ਹੋ ਚੁੱਕਿਆ ਜੀ, ਇਸ ਕਰਕੇ ਅਸੀਂ ਭਾਰਤ ਵੀ ਤਜਰਬਾ ਕਰਨ ਜਾ ਰਹੇ ਹਾਂ। ਤੇ ਇਹ ਜ਼ਰੂਰੀ ਆ ਕਿ ਨੌਜਵਾਨ ਜਿਹੜੇ ਹੈਗੇ ਆ ਫਿਰ ਅੱਛੀਆਂ ਥਾਵਾਂ ਤੇ ਨੌਕਰੀਆਂ ਮਿਲ ਜਾਣਗੀਆਂ ਉਹਨਾਂ ਨੂੰ, ਤੇ ਅੱਛੇ ਤਰੀਕੇ ਨਾਲ ਬੱਚੇ ਜਿਹੜੇ ਕੰਮ ਕਰ ਸਕਣਗੇ। ਇਹਨਾਂ ਵਿੱਚੋਂ ਕੁਝ ਪੱਕੇ ਤੌਰ ਤੇ ਅਸੀਂ ਸੈਨਾ ਵਿੱਚ ਵੀ ਰੱਖ ਲਵਾਂਗੇ। ਇਹੋ ਜਿਹੀਆਂ ਗੱਲਾਂ ਭਾਜਪਾ ਵਾਲੇ ਕਰਦੇ ਆ ਤੇ ਅੱਛੀ ਗੱਲ ਆ, ਕਰਨੀਆਂ ਚਾਹੀਦੀਆਂ ਆਪਣੇ ਪੱਖ ਵਿੱਚ ਉਹਨਾਂ ਨੂੰ ਜਿਹੜੀ ਗੱਲ ਕਰਦੇ ਆ ਉਹ। ਤੇ ਅਗਨੀਪਥ ਯੋਜਨਾ ਦੀ ਵਿਰੋਧਤਾ ਵਿਆਪਕ ਪੱਧਰ ਤੇ ਹੋ ਰਹੀ ਹੈ। ਚਾਵਲਾ ਸਾਹਿਬ ਦੇਖੋ, ਹਰਿਆਣਾ ਦੇ ਵਿੱਚ, ਬਿਹਾਰ ਵਿੱਚ ਵੱਖ-ਵੱਖ ਥਾਵਾਂ ਉੱਤੇ ਬੜੇ ਵੱਡੇ ਪ੍ਰਦਰਸ਼ਨ ਹੋ ਰਹੇ ਨੇ। ਪਟਨਾ ਵਿੱਚ ਤਾਂ ਗੱਡੀਆਂ ਨੂੰ ਅਗਲਾਤੀ ਹੈ, ਤੇ ਪਲਵਲ ਵਿੱਚ ਤਾਂ ਜਿਹੜੀਆਂ ਗੱਡੀਆਂ ਜਾ ਰਹੀਆਂ ਸੀ ਲੋਕਾਂ ਦੀਆਂ ਗੱਡੀਆਂ, ਕੋਈ ਸਰਕਾਰੀ ਸੀ ਗੈਰ ਸਰਕਾਰੀ ਸੀ, ਉਹਨਾਂ ਗੱਡੀਆਂ ਨੂੰ ਅਗਲਾਤੀ ਹੈ ਪਲਵਲ ਦੇ ਵਿੱਚ ਤਾਂ। ਤੇ ਥਾਂ ਥਾਂ ਤੇ ਮੁਜ਼ਾਹਰੇ ਹੋ ਰਹੇ ਨੇ। ਤੇ ਈਵਨ ਕਿ ਇੱਥੋਂ ਤੱਕ ਇੱਕ ਮੁੰਡਾ ਜੀਨ ਦਾ ਹੈਗਾ, ਲਿਜਵਾਨਾ ਕਲਾਂ ਦਾ ਮੁੰਡਾ ਸੀਗਾ, ਰੋਹਤਕ ਦੇ ਵਿੱਚ ਉਹ ਮੁੰਡਾ ਪ੍ਰੈਕਟਿਸ ਕਰਦਾ ਸੀਗਾ। ਡੇਲੀ ਗਰਾਊਂਡ ਦੇ ਵਿੱਚ ਆ ਕੇ ਉਹ ਫੌਜ 'ਚ ਭਰਤੀ ਹੋਣ ਵਾਸਤੇ ਪ੍ਰੈਕਟਿਸ ਕਰ ਰਿਹਾ ਸੀਗਾ। ਜਦੋਂ ਪਤਾ ਲੱਗਿਆ ਕਿ ਉਹ ਤਾਂ ਕੱਚੀ, ਹੁਣ ਜਿਹੜੀ ਪੱਕੀ ਭਰਤੀ ਬੰਦ ਕਰ ਦਿੱਤੀ ਆ ਕੇਂਦਰ ਸਰਕਾਰ ਨੇ ਫੌਜ ਦੀ, ਤੇ ਹੁਣ ਕੱਚੀ ਭਰਤੀ ਕਰਨੀ ਸ਼ੁਰੂ ਕਰਨਗੇ। ਇਸ ਕਰਕੇ ਉਸ ਬੰਦੇ ਨੂੰ ਫੈਡਅਪ ਹੋ ਗਿਆ, ਬੁਰੀ ਤਰ੍ਹਾਂ ਉਹ ਪਰੇਸ਼ਾਨ ਹੋ ਗਿਆ, ਤੇ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਆ ਰੋਹਤਕ ਵਿੱਚ। ਇਹ ਬੜਾ ਵੱਡਾ ਸਾਹਮਣੇ ਦੇਖੋ ਹੁਣੇ ਜੇ ਹੀ ਵਿਸ਼ਵ ਪ੍ਰਸਿੱਧ ਸੀਗਾ ਮੁੰਡਾ, ਭਾਵੇਂ ਉਹਦੇ ਫਾਲੋਅਰ ਸਨ। ਕੱਲ ਆਪਾਂ ਕੁਐਸਚਨ ਕੀਤਾ ਸੀ ਕਿ ਕੌਮ ਲਈ, ਦੇਸ਼ ਲਈ ਕੀ ਕੀਤਾ ਹੈ ਨਾ, ਸਿੱਧੂ ਮੂਸੇਵਾਲੇ ਨੇ ਦੇਸ਼ ਲਈ ਕੀ ਕੀਤਾ, ਕੌਮ ਲਈ ਕੀ ਕੀਤਾ, ਜਾਂ ਸਮਾਜ ਲਈ ਕੀ ਕੀਤਾ। ਕਬੀਰ ਦਾ ਫੋਨ ਆਇਆ ਸੀ ਸ਼ਾਇਦ ਵੀ ਚੈਰਿਟੀ ਕਰਦਾ ਵੀ ਹੋਊਗਾ। ਚਲੋ ਹਾਂਜੀ, ਚੈਰਿਟੀ ਤੇ ਸਿੱਖਾਂ ਦੇ ਮਤਲਬ ਉੱਦਾਂ ਹੀ ਉਹਨੂੰ ਤਾਂ ਭੁੱਖੋ ਹੀ ਮਿਲੀ ਹੁੰਦੀ ਹੈ ਹਨਾ। ਪਰ ਇਸ ਨੌਜਵਾਨ ਨੇ ਤਿਆਰੀ ਕੀਤੀ, ਤਿਆਰੀ ਕਰਨ ਤੋਂ ਬਾਅਦ ਇਹ ਵੀ ਮਾਂ ਦਾ ਪੁੱਤ, ਇਹ ਵੀ ਮਾਂ ਦੇ ਕੋਖ ਦੇ ਵਿੱਚ 9 ਮਹੀਨੇ ਰਿਹਾ। ਮਾਂ ਨੇ ਇਹਨੂੰ ਵੀ ਪਾਲਿਆ, ਇਹਦੀਆਂ ਵੀ ਕੁਝ ਰੀਝਾਂ ਸਨ, ਇਹ ਵੀ ਤਿਆਰੀ ਕਰਦਾ ਸੀ। ਅੱਜ ਇਹ ਵੀ ਤਾਂ ਕਿਸੇ ਮਾਂ ਦਾ ਪੁੱਤ ਸੁਸਾਈਡ ਕਰ ਲਿਆ। ਇਹ ਹੁਣ ਕਿਹਦੇ ਖਿੱਤੇ 'ਚ ਪਊਗਾ? ਇਹ ਕਿਹਦੇ ਹਿੱਸੇ 'ਚ ਜਾਊਗਾ? ਕੀ ਇਹਨੂੰ ਹੁਣ ਕਿਵੇਂ ਠੱਪਿਆ ਜਾਊਗਾ? 700 ਬੰਦਾ ਖੁਦਕੁਸ਼ੀਆਂ ਆਪਣਾ ਮਰ ਗਿਆ ਉੱਥੇ ਕਿਸਾਨੀ ਸੰਘਰਸ਼ ਵਿੱਚ, ਉਹ ਕਿਹੜੇ ਖਾਤੇ 'ਚ ਪਊਗਾ ਜ਼ਿਆਦਾ? ਉਹ ਕੁਛ ਆ ਜਿਹੜਾ ਕਿਸੇ ਖਾਤੇ 'ਚ, ਬਹੁਤ ਕੁਛ ਦਾ ਸਰਕਾਰਾਂ ਮਾਰਦੀਆਂ ਨੇ, ਪਰ ਉਹ ਸਰਕਾਰਾਂ ਵੱਲੋਂ ਮਾਰੇ ਹੋਏ ਜਿਹੜੇ ਹੈਗੇ ਉਹ ਕਤਲ ਨਹੀਂ ਹੁੰਦੇ ਹੈਗੇ, ਉਹ ਬਸ ਲਹਿਰਾਂ ਵਿੱਚ ਮਰਦੇ ਬੰਦੇ ਕਿਹਾ ਜਾਂਦਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਕੀਦਰ ਸਾਹਿਬ, ਜਿਹੜੀ ਇਹ ਅਗਨੀਪਥ ਯੋਜਨਾ ਜੀ, ਇਹਦੇ ਬਾਰੇ ਮੈਂ ਤੁਹਾਨੂੰ ਵੈਸੇ ਕੁਐਸਚਨ ਕਰਕੇ ਪੁੱਛ ਰਿਹਾ ਕਿ ਮੈਂ ਦੂਜੇ ਪਾਸੇ ਤਰੀਕੇ ਨਾਲ ਸੋਚਦਾ ਹਾਂ। ਜਿਵੇਂ ਜਦੋਂ ਸ਼ਹੀਨ ਬਾਗ ਹੋਇਆ ਸੀ ਨਾ ਜੀ, ਉੱਥੇ ਜਾਂ ਹੋਰ ਵੀ ਕਈ ਜਗ੍ਹਾ ਤੇ ਇਹ ਉਦੋਂ ਗੱਲ ਚੱਲੀ ਸੀ ਕਿ ਪੁਲਿਸ ਦੇ ਵਿੱਚ ਜਿਹੜੇ ਕੰਟਰੋਲ ਕਰਦੇ ਸੀ, ਲਾਠੀ ਚਾਰਜ ਜਦੋਂ ਕਰਦੇ ਸੀ, ਉਹਦੇ 'ਚ RSS ਦੇ ਬੰਦੇ ਨੇ, ਉਹਨਾਂ ਦਾ ਵੈਸੇ ਹੀ ਪਤਾ ਲੱਗ ਜਾਂਦਾ ਕਿਉਂਕਿ ਉਹਨਾਂ ਨੂੰ ਡਾਂਗ ਵੀ ਨਹੀਂ ਮਾਰਨੀ ਆਉਂਦੀ, ਉਹ ਦੇਸੀ ਤਰੀਕੇ ਨਾਲ ਡਾਂਗ ਮਾਰਦੇ ਨੇ। ਫੈਕਟਰੀ ਉਹਨਾਂ ਦੀ ਪੈਂਟ ਪਾਈ ਹੁੰਦੀ ਸੀ, ਸ਼ਰਟ ਦੂਜੀ ਹੁੰਦੀ ਸੀਗੀ, ਤੇ ਪਤਾ ਲੱਗ ਜਾਂਦਾ ਸੀ ਵੀ ਇਹ ਬੰਦਾ ਪੁਲਿਸ ਦਾ ਨਹੀਂ ਹੈਗਾ, ਪਰ ਬਾੜੇ ਹੋਏ ਨੇ ਵਿੱਚ। ਸੋ ਹੁਣ ਕਿਤੇ ਇਹ ਅਗਨੀਪਥ ਦੇ ਬਹਾਨੇ ਜੀ ਬਾਕੀ ਤਾਂ ਨੌਜਵਾਨ ਰੌਲਾ ਪਾਉਂਦੇ ਰਹਿਣਗੇ, ਐਜੀਟੇਸ਼ਨਾਂ ਹੋਣਗੀਆਂ, ਇਹਨਾਂ ਨੇ ਭਰਤੀ ਆਪਣੀ ਕਿਤੇ ਉਹ RSS ਵਾਲੇ ਜਿਹੜੇ ਭਗਤ ਜਾਂ ਉਹਨਾਂ ਦੇ ਵਰਕਰ ਨੇ, ਇਹ ਉਹਨਾਂ ਨੂੰ ਭਰਤੀ ਕਰਕੇ ਟ੍ਰੇਨਡ ਕਰਕੇ 2-2 ਸਾਲਾਂ ਬਾਅਦ ਬਾਹਰ ਉਹਨਾਂ ਨੇ ਆ ਜਾਣਾ ਹੈ। ਹੋਰ ਇਹਨਾਂ ਦੀ ਨਵੀਂ ਸਕੀਮ ਹੋਊਗੀ, 3-4 ਸਾਲਾਂ 'ਚ 3-4 ਲੱਖ ਬੰਦਾ ਬਣਾ ਲੈਣਗੇ ਇਹ ਆਪਣਾ। ਉਹ ਉਹਨਾਂ ਦੇ 19 ਵਰਕਰ ਹੈਗੇ ਆ ਉਹਨਾਂ ਦੇ, ਉਹ ਸਾਰਿਆਂ ਨੂੰ ਭਰਤੀ ਕਰਨ ਦਾ ਤਰੀਕਾ ਤਾਂ ਨਹੀਂ ਵੀ ਕਾਨੂੰਨੀ ਰਾਹ ਕਰ ਲਿਆ, ਤੇ ਨਾਲ ਟ੍ਰੇਨਿੰਗ ਫੌਜ ਦੇ ਦੂਗੀ। ਉਹ ਤੋਂ ਬਾਅਦ ਫਿਰ ਆਪਣਾ ਫੀਲਡ ਦੇ ਵਿੱਚ ਉਹਨਾਂ ਦਾ ਜਿਵੇਂ ਮਰਜ਼ੀ ਕੰਮ ਲੈਣਗੇ, ਟ੍ਰੇਨ ਹੋਣਗੇ ਉਹ। ਇਹਦੇ ਬਾਰੇ ਦੱਸਿਓ ਜੀ। ਇਹ ਤੁਹਾਡਾ ਕਿਆਫਾ, ਇਹ ਤੁਹਾਡੀ ਸੋਚ ਹੈ, ਇਹ ਤੁਹਾਡਾ ਕਿਆਫਾ, ਅਸੀਂ ਕੱਟਿਆ ਨਹੀਂ ਤੁਹਾਨੂੰ। ਇਹ ਤੁਸੀਂ ਆਪਣੀ ਸ਼ੰਕਾ ਪ੍ਰਗਟ ਕਰਦੇ ਹੋ, ਤੁਸੀਂ ਸੋਚਦੇ ਹੋ ਇਸ ਤਰੀਕੇ ਨਾਲ। ਪਰ ਸਾਰੇ ਸੂਬਿਆਂ ਦੇ ਵਿੱਚੋਂ ਇਹ ਅਗਨੀਪਥ ਲਈ ਭਰਤੀ ਕੀਤੀ ਜਾਣੀ ਹੈ, ਨਾ ਕਿ ਇੱਕ ਮਜ਼ਹਬ, ਇੱਕ ਧਰਮ ਤੇ ਇੱਕ ਜਾਤ ਦੀ। ਸਾਰੇ ਹੀ ਦੇਸ਼ ਦੇ ਵਸਨੀਕਾਂ ਵਾਸਤੇ ਇਹ ਜਿਹੜਾ ਹੋਣਾ, ਉਹਦੇ ਸਿੱਖ ਵੀ ਹੋਣਗੇ, ਹਿੰਦੂ ਵੀ ਹੋਣਗੇ, ਈਸਾਈ ਵੀ ਹੋਣਗੇ, ਬੁੱਧੀ ਵੀ ਹੋਣਗੇ, ਜੈਨੀ ਵੀ ਹੋਣਗੇ, ਤੇ ਮੁਸਲਮਾਨ ਵੀ ਹੋਣਗੇ। ਇਹ ਮੇਰਾ ਮੰਨਣਾ। ਕਿਉਂ ਕੀ ਦੱਸਾਂ? ਚਾਵਲਾ ਸਾਹਿਬ, ਅਸਲ 'ਚ ਤੁਹਾਡਾ ਗੱਲ ਵੀ ਠੀਕ ਹੈ, ਤੇ ਉਹਨਾਂ ਦੀ ਗੱਲ ਅਸਲ 'ਚ ਕੀ ਹੈ, ਜਦੋਂ ਬੰਦਾ ਨਾ ਕਿਸੇ ਸੰਦਰਭ ਦੇ ਵਿੱਚ, ਕਿਸੇ ਥਾਟ ਵਿੱਚ ਜਾ ਕੇ ਬੰਦਾ ਲੈਂਦਾ ਨਾ, ਟ੍ਰੇਨਿੰਗ ਲੈਣ ਵਾਸਤੇ ਜਾਂਦਾ, ਉਹ ਉਸੇ ਥਿੰਕਿੰਗ ਦੇ ਨਾਲ ਜੁੜ ਜਾਂਦਾ, ਭਾਵੇਂ ਕਿੱਡਾ ਵੀ ਕਿਸੇ ਵੀ ਧਰਮ ਮਜ਼ਹਬ ਦਾ ਹੋਵੇ ਬੰਦਾ। ਜਿਸ ਤਰੀਕੇ ਨਾਲ ਟ੍ਰੇਨਿੰਗ ਮਿਲਦੀ ਆ, ਖਾਸ ਕਰਕੇ ਮਿਲਟਰੀ ਟ੍ਰੇਨਿੰਗ ਜਿਹੜੀ ਹੈਗੀ ਆ, ਉਹਨੂੰ ਜਿਸ ਤਰ੍ਹਾਂ ਦਿੱਤੀ ਜਾਂ ਟ੍ਰੇਨ ਹੈ ਮਰਨ ਦੀ ਜਾਂ ਜੋ ਵੀ ਟ੍ਰੇਨਿੰਗ, ਉਹ ਉਸੇ ਦੇ ਨਾਲ ਹੀ ਜੁੜਦਾ, ਉਸੇ ਦੇ ਨਾਲ ਦਾ ਅਨੁਸ਼ਾਸਨ ਹੁੰਦਾ ਉਹਦਾ। ਘਰ ਦੇ ਵਿੱਚ ਵੀ ਉੱਦਾਂ ਹੀ ਕਰਦਾ ਉਹ ਜੀ, ਉਹਦਾ ਆਮ
ਸੁਸਾਇਟੀ ਵਿੱਚ ਵੀ ਸਿਵਲ ਨਾਲ ਏਦਾਂ ਕਰਦਾ ਉਹ ਜਿਹੜਾ ਆਪਣਾ ਜਿਹੜਾ ਬੰਦਾ ਹੁੰਦਾ ਫੌਜ ਦੇ ਵਿੱਚ। ਤੇ ਹੁਣ ਜਿਹੜਾ ਇਹ 4 ਸਾਲ ਬਹੁਤ ਵੱਡਾ ਸਮਾਂ ਹੁੰਦਾ ਕਿਸੇ ਦਾ ਮਾਈਂਡ ਬਦਲਣ ਵਾਸਤੇ, ਇਹਦਾ ਮਾਈਂਡ ਬਦਲਣ ਵਾਸਤੇ। ਮੈਂ ਪਹਿਲਾਂ ਗੱਲ ਕੀਤੀ ਸੀ ਵੈਸੇ ਇਸ ਗੱਲ ਨੂੰ ਲੈ ਕੇ, ਇਹ ਤੁਹਾਡੀ ਗੱਲ ਵਾਜਬ ਹੈ ਕਿ ਵੱਖ-ਵੱਖ ਮਜ਼ਹਬਾਂ ਦੇ ਵੱਖ-ਵੱਖ ਦੇ ਲੋਕ ਹੋਣਗੇ, ਪਰ 4 ਸਾਲਾਂ ਦਾ ਕਿਸੇ ਬੰਦੇ ਦਾ ਮਾਈਂਡ ਬਦਲਣ ਵਾਸਤੇ ਬੜਾ ਵੱਡਾ ਸਮਾਂ ਹੁੰਦਾ। ਮੇਰਾ ਇਹ ਕਿਆਸ ਹੈ, ਅਗਰ ਮੈਂ ਕਾਲਰ ਦੇ ਪੱਖ ਜਾਂ ਖਿਲਾਫ ਨਹੀਂ ਹੈਗਾ, ਮੇਰਾ ਆਪਣਾ ਹੀ ਮੰਨਣਾ, ਮੈਂ 2-3 ਵਾਰੀ ਪਹਿਲਾਂ ਵੀ ਕਹਿ ਚੁੱਕਾ ਗੱਲ, ਇਹ ਸਾਡੇ ਸਮਾਜ ਤੋਂ ਕੀ ਹੋਵੇ ਜਿੱਦਣ ਗੱਲ ਸ਼ੁਰੂ ਹੋਈ ਹੈ ਵੀ ਇਹ ਜਿਹੜਾ ਹੈਗਾ 2024 ਦੇ ਵਿੱਚ 2 ਸਾਲ ਰਹਿ ਗਏ, 2 ਸਾਲ ਤੱਕ 2-2.5 ਲੱਖ ਬੰਦਾ ਇਹਨਾਂ ਦਾ ਭਰਤੀ ਹੋ ਜਾਣਾ। ਤੇ 24 ਦੇ ਵਿੱਚ ਜੇ ਸਰਕਾਰ ਬਣਦੀ ਆ ਇਹਦੀ ਭਾਜਪਾ ਦੀ, ਤਾਂ ਇਹਨਾਂ ਦਾ ਜਿਹੜਾ ਟੀਚਾ ਹੈਗਾ, ਜਿਹੜਾ ਕਿ ਲਗਾਤਾਰ ਆਖੀ ਜਾਂਦੇ ਆ ਕਿ ਹਿੰਦੂ ਰਾਸ਼ਟਰ ਬਣਾਉਣਾ, 20 ਲੱਖ ਮੁਸਲਮਾਨ ਮਾਰ ਦਿਓ ਜੀ, ਹਿੰਦੂ ਰਾਸ਼ਟਰ ਦਾ ਬਣ ਕੇ ਰਹੇਗਾ ਜੀ, ਸੰਵਿਧਾਨ ਨੂੰ ਸਾੜ ਦਿਓ ਜੀ, ਭਾਰਤ ਸੰਵਿਧਾਨ ਨੂੰ ਸਾੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਵਾਰ-ਵਾਰ। ਤੇ ਉਹ ਇੰਝ ਲੱਗਦਾ ਵੀ 2024-25 ਦੇ ਵਿੱਚ ਕਿਤੇ ਐਡਾ ਵੱਡਾ ਫੈਸਲਾ ਨਾ ਕਰ ਦੇਣ, ਕਿਉਂਕਿ ਫੈਸਲਾ ਕਰਦੇ ਆਦੀ ਆ, ਡੇਅਰਿੰਗ ਹੈਗੀ ਆ ਮੋਦੀ ਦੇ ਵਿੱਚ, ਇਹ ਜੀ ਡੇਅਰਿੰਗ ਨਾ ਕਰਦੇ ਕਿ ਆਪਾਂ ਹਾਂ ਜੀ ਆਪਣਾ ਹਿੰਦੂ ਰਾਸ਼ਟਰ ਕਾਇਮ ਹੋ ਗਿਆ, ਤੇ ਨੋਟਾਂ ਤੇ ਫਿਰ ਆਪਾਂ ਨੇ ਲਾਉਣੀ ਆ ਫੋਟੋ ਹੁਣ ਮੋਦੀ ਜੀ ਦੀ ਤੇ ਗਾਂਧੀ ਜੀ ਦੀ ਫੋਟੋ ਕੱਢਦੇ ਨੇ ਵਿੱਚੋਂ ਕਈ ਨੋਟ ਫੇਰ ਛਪਣਗੇ, ਮਤਲਬ ਇੱਕ ਵਾਰ ਨੋਟ ਫੇਰ ਛਪਣਗੇ ਹੈ। ਬੜੀ ਵੱਡੀ ਚਰਚਾ ਚੱਲ ਰਹੀ ਹੈ ਚਾਵਲਾ ਸਾਹਿਬ, ਇਹ ਵੱਡੇ ਉਹਨਾਂ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਰਿਹਾ ਵੀ ਅਸਲ ਜਿਹੜੇ ਹੁਣ ਐਡੇ ਵਿਰੋਧ ਹੋਣ ਦਾ ਕਾਰਨ ਸਿਰਫ ਇੰਨਾ ਨਹੀਂ ਹੈਗਾ ਚਾਵਲਾ ਸਾਹਿਬ, ਇਹੀ ਕਾਰਨ ਨਹੀਂ ਕਿ ਫੌਜ ਦੀ 4 ਸਾਲ ਦੀ ਭਰਤੀ ਆ, ਇਹਦੇ ਵਿੱਚ ਹੋਰ ਥਿੰਕਿੰਗ ਵੀ ਕੰਮ ਕਰ ਰਹੀ ਆ। ਮਿਹਰਬਾਨੀ, ਅਗਲੀ ਕਾਲ ਲੈ ਲਈਏ ਜੀ ਆਪਾਂ। ਹੈਲੋ ਜੀ, ਸਤਿ ਸ੍ਰੀ ਅਕਾਲ ਚਾਵਲਾ ਜੀ। ਜੀ ਸਤਿ ਸ੍ਰੀ ਅਕਾਲ ਵੀਰੇ। ਕੀਦਾ ਸਾਹਿਬ ਗੱਲ ਸਹੀ ਹੈ ਜਿੱਦਾਂ ਤੁਸੀਂ ਦੱਸਿਆ ਵੀ ਪ੍ਰਾਈਵੇਟ ਫਰਮਾਂ ਨੂੰ ਗੌਰਮੈਂਟ ਜਿਹੜੀ ਆ ਉਹ ਆਪਣੀ ਪ੍ਰਾਈਵੇਟ ਆਰਮੀ ਬਣਾਉਣ ਦੀ ਇਜਾਜ਼ਤ ਦੇ ਰਹੀ ਆ, ਤੇ ਮੈਂ ਤੁਹਾਡੇ ਜਵਾਬ ਤੋਂ ਬਾਅਦ ਫਿਰ ਦੂਜਾ ਸਵਾਲ ਕਰਨਾ ਕੁਇਕਲੀ। ਦੇ ਚੁੱਕੀ ਹੈ ਜੀ, ਤਾਂ ਅਡਾਨੀ ਉਹਨਾਂ ਨੂੰ ਜਿਹੜੇ ਉਹਨਾਂ ਦੇ ਪ੍ਰਾਈਵੇਟ ਜਿਹੜੀ ਉਹਨਾਂ ਦੇ ਕੋਲ ਨਾ ਹਥਿਆਰਬੰਦ ਉਹਨਾਂ ਦੀ ਸੁਰੱਖਿਆ ਵਾਸਤੇ, ਤੇ ਉਹ ਉਹਨਾਂ ਨੂੰ ਇਜਾਜ਼ਤ ਮਿਲ ਚੁੱਕੀ ਹੈ ਜੀ, ਮੇਰੇ ਪਿਛਲੇ ਸਾਲ ਮਿਲ ਚੁੱਕੀ ਸੀ, ਪਿਛਲੇ ਸਾਲ ਹੀ ਹੋ ਚੁੱਕਾ ਹੈ ਜੀ। ਹਾਂਜੀ, ਤੇ ਅਕੀਦਾ ਸਾਹਿਬ ਸਰ ਗੱਲ ਏਦਾਂ ਆ, ਇੰਡਸਟਰੀ ਆਪਣੇ ਜਿੰਨੇ ਵੀ ਇੰਡੀਅਨ ਇੰਡਸਟਰੀਅਲ ਹੈ ਉਹਨਾਂ ਦੀ ਰਖਵਾਲੀ ਲਈ CISF ਜਿਹੜੀ ਆ ਉਹ ਉਹਨਾਂ ਲਈ ਹੀ ਬਣਾਈ ਗਈ ਆ, ਇੰਡੀਅਨ ਫੋਰਸਸ ਆ, ਲੇਕਿਨ ਉਹ ਜਿਹੜੇ ਕਾਰਪੋਰੇਟ ਸੈਕਟਰ ਆ, ਇੰਡਸਟਰੀਅਲ ਸੈਕਟਰ ਆ, ਉਹਨਾਂ ਦੀ ਰਖਵਾਲੀ ਲਈ ਉਹ CISF ਬਣਾਈ ਗਈ ਆ। ਬਟ ਜੇ ਗੌਰਮੈਂਟ ਨੇ ਇਹ ਪਰਮਿਸ਼ਨ ਤੁਸੀਂ ਕਹਿੰਦੇ ਦੇਤੀ ਨਾ, ਤਾਂ ਫਿਰ ਚਾਵਲਾ ਜੀ ਤੁਸੀਂ ਇਹ ਸਵਾਲ ਆਪਣੇ ਮਿੰਟੂ ਭਾਜੀ ਤਾਂ ਪੱਟੀ ਸਾਹਿਬ ਨੂੰ ਜ਼ਰੂਰ ਪੁੱਛਿਓ। ਮੈਨੂੰ ਇਹ ਲੱਗਦਾ ਵੀ ਜਿਹੜਾ 4 ਸਾਲ ਦੇ ਟਰਮ ਦੇ ਨਾਲ ਭਰਤੀ ਆ, ਵੀ ਹੋ ਸਕਦਾ ਵੀ ਇਹ ਜਦੋਂ 4 ਸਾਲ ਤੋਂ ਬਾਅਦ ਬੰਦੇ ਬਾਹਰ ਹੋਣਗੇ ਤੇ ਉਹੀ ਇਹਨਾਂ ਜਿਹੜੇ ਇੰਡਸਟਰੀਅਲਿਸਟ ਬੰਦੇ ਆ ਉਹ ਪ੍ਰਾਈਵੇਟ ਆਰਮੀ ਲਈ ਇਹ ਟ੍ਰੇਨਡ ਕੀਤੇ ਬੰਦੇ ਉਹ ਲੈ ਲਓ। ਮੈਨੂੰ ਇਹ ਲੱਗਦਾ, ਤੁਸੀਂ ਫੇਰ ਵੀ ਕਨਫਰਮ ਕਰਿਓ ਜੀ। ਥੈਂਕ ਯੂ ਜੀ, ਬਹੁਤ ਦੂਰ ਦੀ ਸੋਚ ਹੈ ਜੀ। ਇੱਕ ਗੱਲ ਹੋਰ ਚਾਵਲਾ ਸਾਹਿਬ, ਜਿਹੜਾ ਨਾ ਆਪਣੇ ਭਾਰਤ ਵਿੱਚ ਇੱਕ ਹੋਰ ਹੈਗੀ ਆ ਪ੍ਰਾਈਵੇਟ ਫੋਰਸ ਦੇ ਕੰਮ ਕਰ ਸੰਸਥਾ ਬਣਾ ਕੇ ਸੰਸਥਾ ਬਣਦੀਆਂ ਨੇ, ਉਹ ਪ੍ਰਾਈਵੇਟ ਸਿਕਿਉਰਿਟੀ ਦਿੰਦੀਆਂ ਨੇ ਵੱਖ-ਵੱਖ ਥਾਵਾਂ ਯੂਨੀਵਰਸਿਟੀਆਂ ਨੂੰ, ਕੀ ਫੈਕਟਰੀਆਂ ਨੂੰ, ਵੱਖ-ਵੱਖ ਥਾਵਾਂ ਦਿੰਦੀਆਂ ਨੇ, ਉਹ ਦਿੰਦੀਆਂ ਨੇ ਸਿਕਿਉਰਿਟੀ, ਤੇ ਉਹ ਵੀ ਇੱਕ ਲੀਗਲੀ ਤੌਰ ਤੇ ਹੁੰਦੀ ਆ, ਪਰ ਉਹ ਜਿਹੜੀ ਹੈਗੀ ਉਹ ਸਰਕਾਰੀ ਨਹੀਂ ਹੁੰਦੀ, ਉਹ ਗੈਰ ਸਰਕਾਰੀ ਹੁੰਦੀ ਹੈ ਜੀ, ਪਰ ਉਹਨਾਂ ਨੂੰ ਟ੍ਰੇਨ ਕੀਤੇ ਹੋਏ ਜਿਹੜੇ ਇਹ ਬੰਦੇ ਮਿਲ ਸਕਦੇ ਨੇ। ਖੈਰ 90583132090581131320 ਅਸੀਂ ਗੱਲ ਕਰੀਏ ਯੂਪੀ ਸਰਕਾਰ ਤੇ ਵਿਕਾਸ ਅਥਾਰਟੀਆਂ ਤੋਂ। ਹੁਣ ਸੁਪਰੀਮ ਕੋਰਟ ਨੇ 3 ਦਿਨਾਂ ਵਿੱਚ ਜਵਾਬ ਮੰਗਿਆ। ਮਾਮਲਾ ਉਹੀ ਹੈ, ਹਿੰਸਕ ਘਟਨਾਵਾਂ ਵਿੱਚ ਸ਼ਾਮਲ ਮੁਲਜ਼ਮਾਂ ਦੇ ਘਰ ਢਾਉਣ ਦਾ। ਘਰ ਇੱਕ ਦਿਨ 'ਚ ਬਣ ਗਿਆ ਸੀ ਜਾਂ ਹਫ਼ਤਾ ਪਹਿਲਾਂ ਬਣਿਆ ਸੀ ਜਾਂ 2 ਹਫ਼ਤੇ ਪਹਿਲਾਂ ਬਣਿਆ ਸੀ ਜਾਂ 2 ਮਹੀਨੇ ਪਹਿਲਾਂ ਬਣਿਆ ਸੀ? ਕੀ ਉਦੋਂ ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਘਰ ਦੀ ਜੇਕਰ ਲੀਗਲ ਨਹੀਂ ਸੀ ਬਣਿਆ ਉਹਦਾ ਕੋਈ ਨੋਟਿਸ ਭੇਜਿਆ ਗਿਆ, ਉਹਨੂੰ ਕੋਈ ਸੁਧਾਰਨ ਵਾਸਤੇ ਜਾਂ ਉਹਨੂੰ ਕੋਈ ਫਾਈਨ ਕਰਨ ਵਾਸਤੇ ਨੋਟਿਸ ਦਿੱਤਾ ਗਿਆ? ਸਿਰਫ ਤੇ ਸਿਰਫ ਜੇ ਉਹਨਾਂ ਨੇ ਆਪਣੇ ਅਕੀਦੇ ਨੂੰ ਜਾਂ ਆਪਣੇ ਧਰਮ ਪ੍ਰਤੀ ਜਿਹੜੀ ਆ ਉਹਦੇ ਵਿੱਚ ਸਥਿਰਤਾ ਦਿਖਾਈ ਹੈ ਤੇ ਉਹਦਾ ਚੱਕ ਕੇ ਤੇ ਬੁਲਡੋਜ਼ਰ ਫਿਰ ਕੇ ਘਰ ਢਾ ਦਿੱਤਾ ਗਿਆ। ਜਦੋਂ ਘਰ ਮਾਂ ਦੇ ਨਾਂ ਤੇ ਆ, ਬਿੱਲ ਬੱਤੀਆਂ ਮਾਂ ਦੇ ਨਾਂ ਤੇ ਆਉਂਦੀਆਂ ਨੇ, ਨੋਟਿਸ ਪਿਓ ਨੂੰ ਭੇਜਿਆ ਗਿਆ। ਸਾਰੀ ਸਟੋਰੀ ਮੈਂ ਪੜ੍ਹੀ ਹੈ, ਤੁਹਾਡਾ ਨਜ਼ਰੀਆ ਕੀ ਹੈ, ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਜਿਵੇਂ ਕੱਲ ਹੁਣ ਅਗਨੀਪਥ ਯੋਜਨਾ ਦੇ ਖਿਲਾਫ ਬੱਸਾਂ ਸਾੜਤੀਆਂ, ਟ੍ਰੇਨਾਂ ਸਾੜਤੀਆਂ, ਕਾਰਾਂ ਸਾੜਤੀਆਂ, ਕੀ ਕਿਸੇ ਦਾ ਘਰ ਤੇ ਬੁਲਡੋਜ਼ਰ ਫਿਰੇਗਾ? ਕਿਉਂਕਿ ਇਹਨਾਂ ਦੇ ਇਹ ਜਿਹੜੇ ਸਾੜਨ ਵਾਲੇ ਆ, ਇਹ ਖਾਸ ਤੌਰ ਤੇ ਘੱਟ ਗਿਣਤੀਆਂ ਨਹੀਂ ਸੀਗੇ ਜਿਹੜੇ ਸਾੜਨ ਵਾਲੇ ਬੰਦੇ ਨੇ, ਇਹ ਮਤਲਬ ਕਿ ਵੱਧ ਗਿਣਤੀ ਵਾਲੇ ਬੰਦੇ ਨੇ ਸਾੜ, ਇਹਨਾਂ ਦੇ ਖਿਲਾਫ ਕੋਈ ਬੁਲਡੋਜ਼ਰ ਨਹੀਂ ਫਿਰੇਗਾ। ਬੁਲਡੋਜ਼ਰ ਫਿਰਦਾ ਘੱਟ ਗਿਣਤੀ ਦੇ ਉੱਪਰ, ਤੇ ਉਹ ਇਸੇ ਨੂੰ ਲੈ ਕੇ ਸਾਬਕਾ ਜੱਜਾਂ ਨੇ ਤੇ ਸਿਵਲ ਵਕੀਲਾਂ ਨੇ ਇੱਕ ਚਿੱਠੀ ਲਿਖੀ ਸੀ ਸੁਪਰੀਮ ਕੋਰਟ ਨੂੰ। ਉਹਨਾਂ ਨੇ ਕਿਹਾ ਸੀ ਵੀ ਇਹ ਖਤਰਨਾਕ ਹੈ, ਤੁਸੀਂ ਇਹਦਾ ਸੰਗਿਆਨ ਲਓ। ਤੇ ਉਹ ਸੰਦਰਭ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਜਸਟਿਸ ਹੈਗੇ ਆ AS ਬੋਪੰਨਾ ਤੇ ਵਿਕਰਮਨਾਥ,
ਇਹਨਾਂ ਨੇ ਜਿਹੜਾ ਕਿ ਵਕੇਸ਼ਨ ਬੈਂਚ ਦੇ ਵਿੱਚ ਇਹ ਗੱਲ ਆਖੀ ਆ ਕਿ ਇਹ ਗਲਤ ਹੋ ਰਿਹਾ, ਇਸ ਨੂੰ ਤੁਸੀਂ ਕਿਵੇਂ ਮੰਨਦੇ ਹੋ? ਬੇਸ਼ੱਕ ਉਹਨਾਂ ਨੇ ਜਿਹੜੀ ਉਸਾਰੀਆਂ ਢਾਉਣ ਤੇ ਅਮਲ ਨੂੰ ਰੋਕਣ ਤੋਂ ਇਨਕਾਰ ਕਰਤਾ ਸੁਪਰੀਮ ਕੋਰਟ ਨੇ, ਪਰ ਉਹਨਾਂ ਨੇ ਇਹਨਾਂ ਤੋਂ ਮੰਗਿਆ ਵੀ ਤੁਸੀਂ 3 ਦਿਨਾਂ ਦੇ ਵਿੱਚ ਜਵਾਬ ਦਿਓ ਕਿ ਇਹ ਤੁਸੀਂ ਕਿਵੇਂ ਢਾਹ ਰਹੇ ਹੋ ਲੋਕਾਂ ਦੇ ਮਕਾਨ, ਲੋਕਾਂ ਨੂੰ ਅੰਦਰ ਕਿਵੇਂ ਕਰ ਰਹੇ ਹੋ, ਕੀ ਕਾਰਨ ਹੈਗਾ ਇਹਦੇ ਵਿੱਚ। ਜਵਾਬ ਮੰਗਿਆ, ਹੁਣ ਅਥਾਰਟੀਆਂ ਜਵਾਬ ਦੇਣਗੀਆਂ, ਯੂਪੀ ਸਰਕਾਰ ਜਵਾਬ ਦੇਵੇਗੀ। ਤੇ ਨਾਲੇ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਨਾਗਰਿਕਾਂ ਵਿੱਚ ਭਾਵਨਾ ਹੋਵੇ ਕਿ ਦੇਸ਼ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਹੈ, ਇਹ ਹੋਣੀ ਚਾਹੀਦੀ ਆ। ਜਿਹੜੇ ਮੁਲਜ਼ਮ ਹੈਗੇ ਆ ਕਹਿੰਦੇ ਉਹ ਵੀ ਤਾਂ ਸਮਾਜ ਦਾ ਹਿੱਸਾ ਹੀ ਨੇ, ਇਹ ਵੀ ਗੱਲ ਸੁਪਰੀਮ ਕੋਰਟ ਨੇ ਆਖੀ ਆ, ਉਹ ਕਿਹੜਾ ਕੋਈ ਬਾਹਰ ਨੇ। ਤੇ ਇਸ ਤਰੀਕੇ ਨਾਲ ਸੁਪਰੀਮ ਕੋਰਟ ਨੇ 2 ਪੱਖ ਰੱਖੇ ਨੇ। ਹੁਣ ਕੱਲ ਨੂੰ ਹਾਂ ਉਹਦਾ ਪੱਖ ਆਉਣਾ ਸਰਕਾਰ ਦਾ, ਵਿਕਾਸ ਪਾਰਟੀ ਹੁੰਦਾ, ਦੇਖੋ ਕੀ ਕਹਿੰਦੇ ਡੈਵਲਪ ਸਾਹਿਬ। ਹਾਂਜੀ ਅਕੀਦਾ ਸਾਹਿਬ, ਮੇਰੇ ਨਾਲ ਕਾਲਰ ਵੀ ਹਾਜ਼ਰ ਨੇ, ਪਹਿਲਾਂ ਕਾਲ ਲੈ ਲੈਣੇ ਆਪਾਂ, ਫਿਰ ਆਪਣਾ ਜਿਹੜਾ ਇੱਕ ਕੁਐਸਚਨ ਹੈ ਫਿਰ ਆਪਾਂ ਵਾਈਂਡ ਅਪ ਕਰਾਂਗੇ। ਹੈਲੋ, ਵੈਲਕਮ ਜੀ। ਹੈਲੋ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਆ ਜਿਹੜਾ ਨਾ 4 ਸਾਲ ਦੀ ਭਰਤੀ ਆ, ਇਹ ਆਲਰੇਡੀ ਪ੍ਰੈਕਟਿਸ ਜਿਹੜੀ ਆ ਫਰਾਂਸ ਅਤੇ ਇਜ਼ਰਾਈਲ ਦੇ ਵਿੱਚ ਚੱਲ ਰਹੀ ਆ, ਅਤੇ ਕੁਝ ਕੰਟਰੀਜ਼ ਦੇ ਵਿੱਚ ਕੰਪਲਸਰੀ ਭਰਤੀ ਵੀ ਆ। ਜਦੋਂ ਬੱਚਾ ਕੋਈ ਜਵਾਨ ਹੁੰਦਾ ਉਹਨੂੰ ਮਿਲਟਰੀ ਦੇ ਵਿੱਚ ਭਰਤੀ ਹੋਣਾ ਪੈਂਦਾ, ਇੰਗਲੈਂਡ ਕਿਉਂਕਿ ਉਹ ਸਮਝਦੇ ਆ ਵੀ ਇਸ ਤਰ੍ਹਾਂ ਜਿਹੜੇ ਨੌਜਵਾਨ ਆ ਉਹ ਡਿਸਿਪਲਿਨ ਸਿੱਖ ਜਾਂਦੇ ਆ, ਤੇ ਉਸ ਤੋਂ ਬਾਅਦ ਕਈ ਵਾਰੀ ਉਹ ਪੱਕੇ ਵੀ ਭਰਤੀ ਕਰ ਲੈਂਦੇ ਆ। ਤੇ ਇਸ ਕਰਕੇ ਚਾਵਲਾ ਸਾਹਿਬ, ਮੇਰੀ ਇਹ ਵੀ ਬੇਨਤੀ ਆ ਕਿ ਤੁਸੀਂ ਮੈਨੂੰ ਕੋਈ, ਜੇ ਮੈਂ ਇਹ ਗੱਲ ਕਰਦਾ ਤਾਂ ਮੈਨੂੰ ਸਰਕਾਰ ਦੇ ਪੱਖ ਦੇ ਵਿੱਚ ਨਾ ਸਮਝ ਲੈਣਾ। ਮੈਂ ਤਾਂ ਉਹੀ ਗੱਲ ਕਰਦਾ ਜਿਹੜੀ, ਮੈਂ ਤੁਹਾਡੀ ਗੱਲ ਦੀ ਰਿਸਪੈਕਟ ਕਰਦਾ, ਨਹੀਂ ਸਾਨੂੰ ਖੁਦ ਵੀ ਪਤਾ ਹੈ, ਮੈਂ ਇਹਦੇ ਬਾਰੇ ਜਾਣਕਾਰੀ ਵੀ ਹੈ, ਇੱਕ ਛੋਟਾ ਜਿਹਾ ਆਰਟੀਕਲ ਵੀ ਹੈ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਇਹ ਪ੍ਰੈਕਟਿਸ ਪਹਿਲਾਂ ਚੱਲ ਵੀ ਹੀ ਰਹੀ ਹੈ, ਔਰ ਅਸੀਂ ਤੇ ਇਹਦੀ ਪ੍ਰੋੜਤਾ ਵੀ ਕੀਤੀ ਸੀਗੀ ਪਹਿਲਾਂ ਜੀ। ਮੈਂ ਤੇ ਇਸ ਨੂੰ ਚੰਗਾ ਫਾਰਮੂਲਾ ਵੀ ਕਿਹਾ। ਮੈਂ ਤਾਂ ਗੱਲ ਕੀਤੀ ਹੈ ਕਿਉਂਕਿ ਤੁਸੀਂ ਇਹ ਗੱਲ ਕੀਤੀ ਨਹੀਂ ਜਿਹੜੀ ਤੁਹਾਨੂੰ ਪਤਾ ਆ। ਤੇ ਹੁਣ ਵੀਰ ਜੀ ਮੈਨੂੰ ਤੁਸੀਂ ਆਪਣਾ ਫੋਨ ਨੰਬਰ ਦੇ ਦਿਓ, ਮੈਂ ਤੁਹਾਨੂੰ ਜਦੋਂ ਗੱਲ ਕਰਨੀ ਉਦੋਂ ਫੋਨ ਕਰਕੇ, 1 ਮਿੰਟ ਜੀ, ਫੋਨ ਕਰਕੇ ਤੁਹਾਨੂੰ ਕਹਿਦਾ ਕਰਾਂਗਾ ਜੀ ਇਸ ਵਿਸ਼ੇ ਤੇ ਗੱਲ ਕਰਨ ਲੱਗੇ, ਪਲੀਜ਼ ਰੇਡੀਓ ਸੁਣ ਲਓ। ਓਕੇ, ਧੰਨਵਾਦ ਜੀ, ਮਿਹਰਬਾਨੀ, ਥੈਂਕ ਯੂ। ਮੈਂ ਸੁਣਿਆ, ਮੈਂ ਸੌਰੀ। ਨਹੀਂ ਜੀ, ਤੁਸੀਂ ਏਦਾਂ ਕਰੋ, ਸਾਨੂੰ ਆਪਣਾ ਨੰਬਰ ਲਿਖਾ ਦਿਓ, 4 ਘੰਟੇ ਦਾ ਸ਼ੋਅ ਹੁੰਦਾ, ਤੇ ਮੈਂ ਤੁਹਾਨੂੰ ਉਦੋਂ ਫੋਨ ਕਰਕੇ ਕਹਿਦਾ ਕਰੂੰਗਾ ਜੀ ਯਾਰ ਸੁਣ ਲਓ ਜੀ, ਚਾਵਲਾ ਬੋਲਣ ਲੱਗਾ। ਕੋਈ ਨਹੀਂ ਜੀ, ਮੈਂ ਨਹੀਂ। ਧੰਨਵਾਦ, ਸੌਰੀ ਜੀ, ਸੋ ਨਾਈਸ ਆ, ਥੈਂਕ ਯੂ ਜੀ। ਮੇਰੇ ਨਾਲ ਅਜੂ ਜੀ ਬੈਠੇ ਨੇ, ਇਸ ਗੱਲ ਦੀ ਗਵਾਹੀ ਭਰਦੇ ਪਏ ਨੇ ਕਿ ਮੈਂ ਗੱਲ ਕਹੀ ਹੈ ਕਿ 4 ਸਾਲ 21 ਤੋਂ ਕਿਦਾ ਸਾਹਿਬ ਫਰਵਰੀ 2022 ਵਿੱਚ ਸਿੱਧੂ ਮੂਸੇਵਾਲੇ ਨੂੰ ਮਾਰਨ ਦੀ ਕੀਤੀ ਜਾ ਰਹੀ ਸੀ ਤਿਆਰੀ। ਲਾਰੈਂਸ ਬਿਸ਼ਨੋਈ ਨੇ ਕਿਹਾ, ਇਹਦੇ ਵੱਖ-ਵੱਖ ਬਿਆਨ ਆ ਰਹੇ ਨੇ, ਵੱਖ-ਵੱਖ ਮੀਡੀਆ ਕਰਮੀ ਕਹਿ ਰਹੇ ਨੇ ਕੋਈ ਠੋਕ ਕੇ ਸਹੀ ਜਵਾਬ ਹੀ ਨਹੀਂ ਦੇ ਰਿਹਾ, ਕੋਈ ਗੱਲ ਹੀ ਨਹੀਂ ਕਰ ਰਿਹਾ, ਨੋ ਕਮੈਂਟਸ ਵੀ, ਔਰ ਆਪਣੇ ਜਿਹੜੇ ਗੁਰਗੇ ਲਫ਼ਜ਼ ਲਿਖ ਰਹੇ ਨੇ ਕਈ ਵੀ ਜਿਹੜੇ ਉਹਨਾਂ ਨੂੰ ਪਛਾਣਨ ਤੋਂ ਵੀ ਇਨਕਾਰ ਕਰ ਰਿਹਾ। ਹੁਣ ਉਹ ਜੇਲ੍ਹ ਦੇ ਵਿੱਚ ਆ, ਕਈ ਨਵੇਂ ਭਰਤੀ ਹੋਏ ਹੋਣਗੇ, ਉਹ ਨਵਿਆਂ ਨੂੰ ਕਿਵੇਂ ਪਛਾਣ ਸਕਦਾ? ਤੇ ਹਰ ਜੇਲ੍ਹ ਵਿੱਚੋਂ ਹੀ ਵੀ ਪਤਾ ਲੱਗਾ ਹੈ ਕਿ ਮੋਬਾਈਲ ਫੋਨ ਤੇ ਸਿਗਨਲ ਐਪ ਰਾਹੀਂ ਗੋਲਡੀ ਬਰਾੜ ਨਾਲ ਕੀਤਾ ਜਾਂਦਾ ਰਿਹਾ ਸੰਪਰਕ। ਕੀ ਕਹਿਣਾ ਚਾਹੋਗੇ? ਹਾਂ, ਇਹ ਵੱਡੀ ਗੱਲ ਸਾਹਮਣੇ ਹੈ ਚਾਵਲਾ ਸਾਹਿਬ। ਅਸਲ 'ਚ ਪੁਲਿਸ ਦੇ ਇੱਕ ਅਧਿਕਾਰੀ ਨੇ ਗੱਲ ਮੀਡੀਆ ਕਾਇਮ ਦੱਸੀ ਹੈ ਵੀ ਏਦਾਂ ਬੋਲਿਆ ਉਹ, ਤੇ ਬੜਾ ਵੱਡਾ ਖੁਲਾਸਾ ਸਾਹਮਣੇ ਹੋਇਆ ਚਾਵਲਾ ਸਾਹਿਬ ਵੀ ਮੋਬਾਈਲ ਫੋਨ ਤੇ ਸਿਗਨਲ ਐਪ ਰਾਹੀਂ ਉੱਥੇ ਤਾਂ ਲੱਗੇ ਹੋਏ ਨੇ ਜੈਮਰ ਜੀ, ਤਿਹਾੜ ਜੇਲ੍ਹ ਚਾਵਲਾ ਸਾਹਿਬ, ਤੇ ਜੈਮਰ ਲੱਗੇ ਹੋਏ ਨੇ, ਤੇ ਉੱਥੇ ਸਿਗਨਲ ਕਿਹੜਾ ਚੱਲ ਗਿਆ, ਕਿਹੜਾ ਉੱਥੇ ਸਮਝ ਤੋਂ ਬਾਹਰ ਗੱਲ ਇਹ ਵੀ ਕੌਣ ਬੰਦਾ ਹੈ ਜਿਹੜਾ ਕਿ ਸਿਗਨਲ ਚਲਾਉਣ ਦੇ ਵਿੱਚ ਤੇ ਬੱਦਰ ਕਰ ਰਿਹਾ। ਤੇ ਇਹ ਬੜਾ ਵੱਡਾ ਖੁਲਾਸਾ ਹੋਇਆ। ਮੈਂ ਪਹਿਲਾਂ ਵੀ ਗੱਲ ਕੀਤੀ ਆ ਵੀ ਤਿਹਾੜ ਜੇਲ੍ਹ ਦੇ ਵਿੱਚ ਜਿਹੜੀ ਕਿ ਬਹੁਤ ਹਾਈ ਸਿਕਿਉਰਿਟੀ ਜੇਲ੍ਹ ਹੈਗੀ ਆ, ਜਿੱਥੇ ਬਹੁਤ ਵੱਡੇ ਮੁਲਜ਼ਮ ਜਿਹੜੇ ਹੈਗੇ ਨੇ ਉਹ ਬੰਦ ਹੈਗੇ ਆ, ਫਾਂਸੀ ਸਜ਼ਾ ਯਾਫਤਾ ਨੇ, ਕੋਈ ਪਾਕਿਸਤਾਨ ਸੋਧਤ ਹੈਗੇ ਨੇ, ਤੇ ਉਹ ਵੱਡੇ ਮੁਲਜ਼ਮ ਉੱਥੇ ਬੈਠੇ ਨੇ ਕਿ ਉਹ ਉਸ ਥਾਂ ਦੇ ਵਿੱਚ ਇੱਕ ਗੈਂਗਸਟਰ ਜਿਹਦੇ ਉੱਪਰ ਕਿ ਮੇਰੇ ਖਿਆਲ 'ਚ 3 ਦਰਜਨ ਤੋਂ ਵੱਧ ਕੇਸ ਦਰਜ ਨੇ ਕਤਲ ਦੇ, ਫਰੋਤੀਆਂ ਦੇ, ਉਹ ਬੰਦੇ ਦਾ ਮੋਬਾਈਲ ਅੰਦਰ ਉਹਦੀ ਸਿਗਨਲ ਐਪ ਚੱਲ ਰਹੀ ਹੈ ਅੰਦਰ ਮੋਬਾਈਲ ਤੇ ਇਹ ਬੜੀ ਚਿੰਤਾਜਨਕ ਗੱਲ ਹੈਗੀ ਆ, ਤੇ ਆਪਣੇ ਆਪ 'ਚ ਬੜੀ ਵੱਡੀ ਗੱਲ ਹੈ। ਤੇ ਉਹ ਮੰਨ ਰਿਹਾ ਗੱਲ ਵੀ ਏਦਾਂ ਅਸੀਂ ਗੱਲ ਕੀਤੀ ਹੈ, ਗੋਲਡੀ ਬਰਾੜ ਨਾਲ ਮੇਰੀ ਸਿਗਨਲ ਐਪ ਰਾਹੀਂ ਕੈਨੇਡਾ ਵਿੱਚ ਗੱਲ ਹੋਈ ਹੈ। ਤੇ ਇਸ ਸੰਬੰਧ ਵਿੱਚ ਉਹਨੇ ਜਿਹੜਾ ਇੱਕ ਬੰਦਾ ਹੋਰ ਹੈ ਜੀ, ਗੋਲਡੀ ਬਰਾੜ ਦਾ ਜੀਜਾ ਗੁਰਿੰਦਰ ਗੋਰਾ, ਉਹਨੂੰ ਵੀ ਹੁਸ਼ਿਆਰਪੁਰ ਤੋਂ ਲਿਆ ਕੇ ਆਮੋ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕੀਤੀ ਹੈਗੀ ਇਹਨਾਂ ਦੀ, ਤੇ ਪੁਲਿਸ ਨੇ ਸਪਸ਼ਟ ਕਰਤਾ, ਹੁਣ ਕਹਿਤਾ ਪੁਲਿਸ ਨੇ ਕਿ ਅਸਲ ਵਿੱਚ ਮਾਸਟਰ ਮਾਈਂਡ ਸਿੱਧੂ ਮੂਸੇਵਾਲੇ ਨੂੰ ਮਾਰਨ ਵਾਲਾ ਮਾਸਟਰ ਮਾਈਂਡ ਉਹ ਲਾਰੈਂਸ ਬਿਸ਼ਨੋਈ ਹੀ ਹੈਗਾ। ਹੁਣ ਇਹ ਕਹਿਤਾ, ਪਹਿਲਾਂ ਮੈਨੂੰ ਗੱਲ ਸਾਹਮਣੇ ਨਹੀਂ ਸੀ, ਹੁਣ ਉਹਨੇ ਕਹਿਤਾ ਹੈਗਾ ਆਮੋ ਸਾਹਮਣੇ ਪੁੱਛ ਕੇ ਤੋਂ ਬਾਅਦ ਇਸ ਪਾਸ ਹੋਈ ਆ। ਪੁਲਿਸ ਨੇ ਕੋਈ ਅਫੀਸ਼ੀਅਲ ਸਟੇਟਮੈਂਟ ਦਿੱਤੀ ਹੈ ਕਿਸੇ? ਆਫੀਸਰੀ ਅਜੇ ਕੁਝ ਵੀ ਨਹੀਂ ਆਇਆ ਚਾਵਲਾ ਸਾਹਿਬ,
ਜਿਹੜੇ ਅਸਲ 'ਚ ਮੀਡੀਆ ਦੇ ਸੋਰਸ ਹੁੰਦੇ ਆ ਨਾ, ਮੀਡੀਆ ਕੁਝ ਅਧਿਕਾਰੀ ਹੁੰਦੇ ਆ, ਮੀਡੀਆ ਨਾਲ ਸੰਬੰਧ ਹੁੰਦੇ ਉਹਨਾਂ ਦੇ, ਤੇ ਉਹ ਅਧਿਕਾਰ ਹੀ ਕਹਿੰਦੇ। ਪ੍ਰੈਸ ਨੋਟ ਕਿਸੇ ਨੇ ਵੀ ਜਾਰੀ ਨਹੀਂ ਕੀਤਾ ਅਜੇ ਤੱਕ, ਜਿਹੜੀ ਗੱਲ ਹੁਣ ਸਾਹਮਣੇ ਆ ਰਹੀ ਹੈ। ਪਰ ਜੋ ਮੀਡੀਆ ਵਿੱਚ ਗੱਲਾਂ ਛਪ ਰਹੀਆਂ ਨੇ, ਅੱਛਾ ਸਾਰੇ ਅਖਬਾਰਾਂ ਵਿੱਚ ਇੱਕ ਤਰ੍ਹਾਂ ਦੀ ਗੱਲ ਛਪਦੀ ਨਾ, ਕੁਝ ਗੱਲਾਂ ਇੱਕ ਤਰ੍ਹਾਂ ਛਪਣੀਆਂ, ਉਹਨਾਂ ਨੂੰ ਆਪਾਂ ਕਿਉਂਕਿ ਸੋਰਸ ਜਦੋਂ ਆਪਾਂ ਲੈਂਦੇ ਹਾਂ, ਜੋ ਸੋਰਸ ਲੈਂਦੇ ਹਾਂ, ਜਦੋਂ ਆਪਾਂ ਕਿਸੇ ਤੋਂ ਕੋਟੇਸ਼ਨ ਲੈਂਦੇ ਹਾਂ, ਘੱਟ ਤੋਂ ਘੱਟ ਰਿਸਰਚ ਦੇ ਵਿੱਚ 3 ਸੋਰਸਾਂ ਨੂੰ ਆਪਾਂ ਮਾਨਤਾ ਦਿੰਦੇ ਹਾਂ ਵੀ ਘੱਟ ਤੋਂ ਘੱਟ 3 ਸੋਰਸ, ਇੱਕ ਰਿਸਰਚ 3 ਸੋਰਸਾਂ ਨੂੰ ਇੱਕ ਕੋਟੇਸ਼ਨ ਦੀ ਗਵਾਹੀ ਭਰਦੇ ਹੋਣ, ਤਾਂ ਆਪਾਂ ਜੇ 4-5 ਅਖਬਾਰ ਪੜ੍ਹ ਲਏ ਆ ਉਹਨਾਂ ਵਿੱਚ ਇੱਕ ਤਰ੍ਹਾਂ ਦੀ ਲਾਈਨਾਂ ਛਪੀਆਂ ਨੇ, ਤਾਂ ਆਪਾਂ ਉਸ ਨੂੰ ਉੱਥੇ ਗੱਲ ਕਹਿ ਸਕਦੇ ਵੀ ਹਾਂ ਪੁਲਿਸ ਨੇ ਗੱਲ ਆਖੀ ਆ। ਨਾਲ ਹੀ ਨਾਲ ਮਾਨਸਾ ਪੁਲਿਸ ਜਿਹੜੀ ਹੈਗੀ ਆ, ਪਵਨ ਬਿਸ਼ਨੋਈ, ਮੋਨੂ, ਡਾਗਰ, ਨਸੀਬ, ਮਨਪ੍ਰੀਤ ਉਰਫ ਮੰਨਾ, ਭਾਊ ਤੋਂ ਵੀ ਬਲਕਿ ਵੀ ਉਹ ਪੁੱਛ ਪੜਤਾਲ ਕਰਨ ਦੀ ਗੱਲ ਕਰ ਰਹੀ ਆ ਵੀ ਉਹਨਾਂ ਨੂੰ ਵੀ ਸਾਹਮਣੇ ਲਿਆ ਸਕਦੀ ਆ, ਇਹਦੇ ਲਾਰਸ ਦੇ ਇਹ ਵੀ ਸਾਹਮਣੇ ਆ ਸਕਦੇ ਨੇ। ਤੇ ਵੱਡੀ ਗੱਲ ਇਹ ਹੋਈ ਆ ਕਿ ਪਤਾ ਕਿੱਦਾਂ ਲੱਗਿਆ, ਉਹਨਾਂ ਨੇ ਫਤਿਆਬਾਦ ਤੋਂ ਜੋ ਤੇਲ ਪਵਾਇਆ ਸੀਗਾ, ਤੇਲ ਦੀ ਪਰਚੀ ਤੋਂ ਬੜੇ ਰਾਜ ਖੁੱਲੇ ਆ ਉੱਥੇ ਦੇ, ਜਿਹੜੇ ਉੱਥੇ ਤੇਲ ਦੀ ਪਰਚੀ ਆ, ਨੰਬਰ 1 ਨੰਬਰ 2 ਉੱਥੇ ਜਿਹੜੀ ਉਹ ਆਪਣਾ CCTV ਦੀ ਫੁਟੇਜ ਆ, ਉਹਦੇ ਨਾਲ ਬੜੇ ਰਾਜ ਖੁੱਲੇ ਹੈਗੇ ਆ। ਪੁਲਿਸ ਵੱਧ ਰਹੀ ਆ ਅੱਗੇ ਨੂੰ ਵੱਧ ਰਹੀ ਆ ਇਸ ਮੁੱਦੇ ਤੇ। ਫਿਰ ਉਹ ਤਾਂ ਮਾਂ ਦਾ ਪੁੱਤ ਨਹੀਂ ਆਉਣਾ, ਫਰਵਰੀ ਵਿੱਚ ਇਹਨਾਂ ਨੇ ਕੀਤਾ ਸੀਗਾ ਵੀ ਫਰਵਰੀ ਆਪਣਾ 22 ਚ ਮਾਰਨਾ ਸੀ, ਪਰ ਉਸ ਵੇਲੇ ਇਹਦੇ ਨਾਲ ਨਾ ਪੁਲਿਸ ਬਹੁਤ ਰਹਿੰਦੀ ਸੀਗੀ ਸਿੱਧੂ ਦੇ ਨਾਲ, ਉਹ ਵੀ ਗੱਲ ਕਹੀ ਜਾਵੇ, ਪੁਲਿਸ ਬਹੁਤ ਰਹਿਣ ਕਰਕੇ ਅਸੀਂ ਇਹਨੂੰ ਮਾਰ ਨਹੀਂ ਸਕੇ ਉਸ ਵੇਲੇ। ਹੁਣ ਸਾਡਾ ਇਹਦਾ ਮਤਲਬ ਕੀਦਾ ਸਾਹਿਬ, ਜਿਹੜਾ ਦਿੱਲੀ ਦੇ ਵਿੱਚ ਸ਼ਾਹਰੁਖ ਫੜਿਆ ਗਿਆ, ਅਪ੍ਰੈਲ ਦੀ ਗੱਲ ਆ ਹਨਾ, ਉਹ ਫੜਿਆ ਗਿਆ ਤੇ ਉਹਨੇ ਜੋ ਖੁਲਾਸੇ ਕੀਤੇ ਨੇ ਕਿ ਅਸੀਂ ਆਏ ਸੀ, ਸਾਨੂੰ ਇੰਜ ਲੱਗਾ ਕਿ ਸਾਡੇ ਕੋਲ ਇਹਨਾਂ ਹਥਿਆਰਾਂ ਦੇ ਨਾਲ ਇਹਨੇ ਨਹੀਂ ਮਾਰਿਆ ਜਾਣਾ ਤੇ ਅਸੀਂ ਵੱਡੇ ਹਥਿਆਰ ਮੰਗੇ, ਲਿੰਕ ਜੋੜ ਕੇ ਹਨਾ। ਬਿਲਕੁਲ। ਤੇ ਜੇ ਵਾਕਿਆ ਹੀ ਗੱਲ ਦੇ ਵਿੱਚ ਸੱਚਾਈ ਹੈ, ਜਿਹੜੇ ਸੋਰਸ ਕਹਿ ਰਹੇ ਨੇ ਕਿ ਇਹਨਾਂ ਨੇ ਮਤਲਬ ਇਹਨਾਂ ਦੇ ਜਿਹੜੇ ਬਿਆਨ ਰਲ ਗਏ ਨੇ ਕਿ ਇਹਨਾਂ ਨੇ ਹੀ ਮਾਰਿਆ, ਜ਼ਿੰਮੇਵਾਰੀ ਜਿਨ੍ਹਾਂ ਨੇ ਲਈ ਹੈ। ਦੂਜੇ ਪਾਸੇ ਚੋਰ ਕਿਤੇ ਨਾ ਕਿਤੇ ਕੋਈ ਨਾ ਕੋਈ ਨਿਸ਼ਾਨ ਛੱਡ ਜਾਂਦਾ ਹੁੰਦਾ। ਹਾਂਜੀ, ਪੁਰਾਣੇ ਸਮੇਂ ਦੇ ਵਿੱਚ ਚੋਰੀਆਂ ਹੁੰਦੀਆਂ ਸੀ ਤੇ ਖੋਜੀ ਲੋਕ ਨਾ ਪੈਰਾਂ ਨਾਲ ਮਿਲਾ ਕੇ ਤੇ ਚੋਰ ਦੇ ਘਰ ਪਹੁੰਚ ਜਾਂਦੇ ਹੁੰਦੇ ਸੀਗੇ, ਪੈਰ ਪਛਾਣ ਕੇ ਕਿੱਧਰ ਨੂੰ ਜਾਂਦਾ ਕਿੱਧਰ ਨੂੰ ਨਹੀਂ ਜਾਂਦਾ। ਸੋ ਅੱਜ ਦੇ ਸਮੇਂ ਦੇ ਵਿੱਚ ਉਹ ਖੋਜੀ ਜਿਹੜੇ ਨੇ ਤਕਨੀਕ ਬਦਲ ਗਈ। ਵੇਖੋ ਜੇ ਪਰਚੀ ਫੜੀ ਗਈ ਹੈ ਤੇਲ ਦੀ, ਕਿੱਥੋਂ ਫੜੀ ਗਈ ਹੈ, ਕਿੱਥੇ ਤੇਲ ਪਾਇਆ, ਉੱਥੇ ਜਾ ਕੇ ਉਹਨਾਂ ਨੇ ਮਤਲਬ ਉਹਦੀ ਜਿਹੜੀ ਹੈ ਨਿਸ਼ਾਨਦੇਹੀ ਕੀਤੀ ਤੇ ਗਾਂ ਫਿਰ ਲਿੰਕ ਤੁਰ ਗਿਆ। ਜੇ ਅੱਜ ਮਤਲਬ ਇਹਨਾਂ ਨੇ ਇਹ ਬਿਆਨ ਦਿੱਤਾ ਹੈ ਤੇ ਕੱਲ ਇਹ ਬਿਆਨ ਵੀ ਆਇਆ ਸੀਗਾ ਕਿ ਨਹੀਂ ਅਸੀਂ ਨਹੀਂ ਮਾਰਿਆ। ਹਾਂਜੀ, ਦਾਰਿਸ ਬਿਸ਼ਨੋਈ ਦਾ ਹੀ ਕੱਲ ਇਹ ਬਿਆਨ ਛਪਿਆ ਸੀ, ਉਹ ਵੀ ਸੋਰਸਾਂ ਨੇ ਕਿਹਾ ਸੀ। ਅਸੀਂ ਸਾਰਾ ਕੁਝ ਇਹ ਸੋਰਸਾਂ ਦੇ ਹਵਾਲੇ ਦੇ ਨਾਲ ਹੀ ਤੁਹਾਨੂੰ ਦੱਸ ਰਿਹਾ। ਬਾਕੀ ਸੱਚਾਈ ਕੀ ਹੈ, ਜਦੋਂ ਜਿਹੜੀ ਹੈ ਬਕਾਇਦਾ ਇਹਨਾਂ ਦੀਆਂ ਗ੍ਰਿਫਤਾਰੀਆਂ ਪਾ ਕੇ ਜਾਂ ਇਹਨਾਂ ਦੇ ਮੁਕੱਦਮਾ ਇਸ ਤਰ੍ਹਾਂ ਦਾ ਦਰਜ ਹੁੰਦਾ ਤੇ ਫਿਰ ਇਹ ਤੈਅ ਹੋਵੇਗਾ ਕਿ ਵਾਕਿਆ ਹੀ ਇਸ ਗਰੁੱਪ ਨੇ ਜਿਹੜੀ ਜ਼ਿੰਮੇਵਾਰੀ ਲਈ ਸੀ ਇਹ ਅੰਜਾਮ ਇਹਨਾਂ ਨੇ ਹੀ ਦਿੱਤਾ ਹੈ। ਸੋ ਖਤਰਨਾਕ ਗੱਲ ਇਹ ਹੈ, ਹੋਰ ਵੀ ਚਾਵਲਾ ਸਾਹਿਬ, ਇੱਕ ਗੱਲ ਹੋਰ ਵੀ ਸਾਹਮਣੇ ਆ ਰਹੀ ਚਾਵਲਾ ਸਾਹਿਬ, ਉਹ ਗੱਲ ਇਹ ਆ ਵੀ ਇਹਨਾਂ ਨੇ ਜਦੋਂ ਮਾਰ ਕੇ ਨਾ ਸਿੱਧੂ ਮੂਸੇਵਾਲਾ ਨੂੰ, ਮਾਰਨ ਤੋਂ ਬਾਅਦ ਹਥਿਆਰ ਆਪਣੇ ਨਾਲ ਨਹੀਂ ਲੈ ਗਏ। ਹਾਂਜੀ ਹਾਂਜੀ, ਇਹ ਹਰਿਆਣੇ ਦੇ ਬਾਰਡਰ ਤੇ ਦੱਬ ਕੇ ਕਿਤੇ। ਅੱਛਾ, ਉਹ ਫੜੇ ਜਾਣਗੇ ਤੇ ਫੇਰ ਹੀ ਆ ਨਾ। ਹੁਣ ਹਰਿਆਣਾ ਦੇ ਬਾਰਡਰ ਤੇ ਦੱਬ ਕੇ ਕੌਣ ਗਿਆ? ਦੱਬ ਕੇ ਗਏ ਤੇ ਪੁੱਟ ਕੇ ਕੌਣ ਲੈ ਕੇ ਗਿਆ? ਇਹ ਵੀ ਤਾਂ ਹੈਗਾ ਨਾ। ਦੱਬ ਕੇ ਗਏ ਤੇ ਪੁੱਟ ਕੇ ਕੌਣ? ਏਡੇ ਮਹਿੰਗੇ ਉਹ ਹਥਿਆਰ ਸੀਗੇ, ਏਡਾ ਵੱਡਾ ਮਹਿੰਗਾ ਹਥਿਆਰ, ਉਹ ਐਵੇਂ ਤੇ ਛੱਡ ਕੇ ਨਹੀਂ ਗਏ, ਕੋਈ ਨਾ ਕੋਈ ਨਿਸ਼ਾਨਦੇਹੀ ਹੋਊਗੀ ਨਾ ਕਿੱਥੇ ਦੱਬੇ ਆ, ਕਿਹੜੇ ਵੇਲੇ ਦੱਬੇ ਆ। ਅੱਜ ਤਾਂ ਦੁਨੀਆ ਜਿਹੜੀ ਆ ਮਿੰਟੋ ਮਿੰਟ ਪਤਾ ਕਰ ਲੈਂਦੀ। ਖੈਰ ਦੂਜੀ ਗੱਲ ਇਹ ਹੈ ਕਿ ਬੜੀ ਖਤਰਨਾਕ ਸਥਿਤੀ ਹੈ ਜੇ ਜੇਲ੍ਹਾਂ ਦੇ ਵਿੱਚ ਇਸ ਤਰੀਕੇ ਦੇ ਨਾਲ, ਇਸ ਤਰ੍ਹਾਂ ਦੇ ਸਿਸਟਮ ਦੇ ਨਾਲ ਇੱਕ ਕੰਟਰੀ ਤੋਂ ਜੇਲ੍ਹ ਦੇ ਵਿੱਚ ਸੁਧਾਰ ਘਰ ਦੇ ਵਿੱਚ ਉਹ ਬੰਦਾ ਜਿਹਨੂੰ ਪਨਿਸ਼ਮੈਂਟ ਹੋਈ ਹੈ ਉਹ ਬਾਹਰਲੀ ਕੰਟਰੀ ਦੇ ਵਿੱਚ ਕਿਸੇ ਨਾਲ ਵੀ ਗੱਲ ਕਰਦਾ ਤਾਂ ਕਿੱਡਾ ਖਤਰਨਾਕ ਹੈ। ਬਹੁਤ ਵੱਡੀ ਗੱਲ, ਕਿੱਡੀ ਖਤਰਨਾਕ ਗੱਲ ਹੈ ਨਾ। ਦੇਸ਼ ਦੇ ਹਿੱਤ ਵਿੱਚ ਤਾਂ ਹੈ ਹੀ ਨਹੀਂ ਇਹ। ਤੇ ਕਿੱਥੇ ਗਏ ਸਾਡੇ ਦੇਸ਼ ਦੇ ਸੁਰੱਖਿਆ ਤੰਤਰ? ਜੈਮਰ ਲਾਏ ਆ ਜੀ ਜੇਲਾਂ ਦੇ ਆਲੇ ਪਾਸੇ ਜੈਮਰ ਲਾਇਆ ਹੈ ਨਾ। ਹਾਸੋ ਹੀ ਨਾ ਹੈ ਮਤਲਬ ਬਿਆਨ ਚਿੰਤਾਜਨਕ ਹੈ। ਅੱਜ ਸਿੱਧੂ ਆ, ਕੱਲ ਨੂੰ ਕੋਈ ਹੋਰ ਵੀ ਹੋ ਸਕਦਾ। ਇਹਦਾ ਮਤਲਬ ਕੋਈ ਵੀ ਕਿਸੇ ਤਰੀਕੇ ਦੇ ਨਾਲ ਵੀ ਸੇਫ ਨਹੀਂ ਆ। ਬਹੁਤ ਬਹੁਤ ਧੰਨਵਾਦ। ਇਹ ਮੰਨਿਆ, ਇਹ ਵੀ ਕਹਿੰਦੇ ਮੰਨਿਆ, ਸੂਤਰਾਂ ਹਵਾਲੇ ਦਾ ਲਾਇਆ ਵੀ ਇਹ ਵੀ ਮੰਨਿਆ, ਕਹਿੰਦੇ ਵੀ ਅਸੀਂ ਪਹਿਲਾਂ ਵੀ ਕਈ ਕਲਾਕਾਰਾਂ ਤੋਂ ਫਰੌਤੀਆਂ ਲੈ ਚੁੱਕੇ ਆ। ਹੁਣ ਕਿਹੜੇ ਕਲਾਕਾਰ ਨੇ, ਇਹ ਵੀ ਗੱਲ ਸਾਹਮਣੇ ਆਏਗੀ, ਉਹ ਵੀ ਦੱਸਣਗੇ, ਦੱਸਣਾ ਪਊਗਾ ਉਹਨਾਂ ਨੂੰ, ਨਾਂ ਵੀ ਸਾਹਮਣੇ ਆਉਣਗੇ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।